ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸਾਕਾ ਸਰਹੰਦ ਲੈ ਕੇ ਮੈਂ ਅਮਰਿੰਦਰ ਸਿੰਘ ਹਾਜ਼ਰ ਹੋਇਆ ਹਾਂ। ਅੱਜ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਫ਼ਰ ਦੀ ਗੱਲ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਇਸ ਵੇਲੇ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਆਨੰਦਪੁਰ ਸਾਹਿਬ ਦੇ ਉੱਪਰ ਪਹੁੰਚੇ ਹਾਂ ਔਰ ਕਿਲ੍ਹਾ ਆਨੰਦਗੜ੍ਹ ਦੇ ਅੰਦਰ ਅਸੀਂ ਇਸ ਵੇਲੇ ਮੌਜੂਦ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਆਨੰਦਪੁਰ ਸਾਹਿਬ ਜਿੰਦਾ ਪਿਛੋਕੜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਆਰੰਭਤਾ ਕਰਦੇ ਨੇ ਸਨ 1665 ਦੇ ਵਿੱਚ ਰਾਣੀ ਚੰਪਾ ਦੇ ਕੋਲੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ 500 ਰੁਪਏ ਦੇ ਵਿੱਚ ਮਾਖੋਵਾਲ ਦੀ ਇਸ ਧਰਤੀ ਨੂੰ ਖਰੀਦ ਕਰਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਮੋੜੀ ਗੱਡਦੇ ਨੇ। ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਦੇ ਵਿੱਚੋਂ ਨੇ ਭਾਈ ਗੁਰਦਿੱਤਾ ਜੀ, ਉਹਨਾਂ ਦੇ ਕੋਲੋਂ ਮੋੜੀ ਗਡਵਾਈ ਜਾਂਦੀ ਏ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਇਸ ਨਗਰ ਦਾ ਨਾਂ ਜਿਹੜਾ ਹੈ ਆਪਣੀ ਮਾਤਾ ਨਾਨਕੀ ਦੇ ਨਾਮ ਦੇ ਉੱਪਰ ਰੱਖਦਿਆਂ ਹੋਇਆਂ ਚੱਕ ਨਾਨਕੀ ਇਸ ਦਾ ਨਾਮ ਰੱਖਦੇ ਹਾਂ। ਆਓ ਸਭ ਤੋਂ ਪਹਿਲਾਂ ਇਸ ਨਗਰੀ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ, ਫਿਰ ਸਾਹਿਬਜ਼ਾਦਿਆਂ ਦੇ ਜਿਹੜਾ ਸ਼ਹਾਦਤ ਦਾ ਸਫ਼ਰ ਹੈ ਉਹਦੇ ਨਾਲ ਤੁਹਾਨੂੰ ਲੈ ਕਰਕੇ ਚੱਲਾਂਗੇ। ਆਓ ਦਰਸ਼ਨ ਕਰੋ ਇਸ ਪਾਵਨ ਨਗਰੀ ਦੇ, ਜਿਸ ਨਗਰੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਆਨੰਦਾਂ ਦੀ ਪੁਰੀ ਕਹਿ ਕਰਕੇ ਸਤਿਕਾਰਿਆ ਹੈ। ਆਓ ਜੀ ਕਰਦੇ ਹਾਂ ਇਸ ਪਾਵਨ ਨਗਰੀ ਦੇ ਦਰਸ਼ਨ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, 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 ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੁਸੀਂ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਵਸਾਈ ਹੋਈ ਇਹ ਪਾਵਨ ਨਗਰੀ ਹੈ, ਜਿੱਥੇ ਬਿਲਕੁਲ ਮੇਰੇ ਪਿਛਲੇ ਪਾਸੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿੰਦੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਖਾਲਸੇ ਨੂੰ ਪ੍ਰਗਟ ਕੀਤਾ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਇਕੱਲਾ ਖਾਲਸੇ ਨੂੰ ਇੱਕ ਪੁਸ਼ਾਕ ਨਹੀਂ ਦਿੱਤੀ, ਸਤਿਗੁਰੂ ਮਹਾਰਾਜ ਨੇ ਇੱਕ ਸੋਚ ਦੇ ਦਿੱਤੀ ਕਿ ਜਿੱਥੇ ਜ਼ੁਲਮ ਹੋਵੇ, ਜਿੱਥੇ ਜ਼ਬਰ ਹੋਵੇ, ਉੱਥੇ ਜਾ ਕਰਕੇ ਤੁਸੀਂ ਉਸ ਜ਼ੁਲਮ ਦਾ ਤੇ ਜ਼ਬਰ ਦਾ ਟਾਕਰਾ ਕਰਨਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਇਸ ਆਨੰਦਾਂ ਦੀ ਪੁਰੀ ਦੇ ਵਿੱਚ ਅਨੇਕਾਂ ਕੌਤਕ ਕੀਤੇ ਹਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ 3 ਸਾਹਿਬਜ਼ਾਦਿਆਂ ਦਾ ਜਨਮ ਜਿਹੜਾ ਹੈ ਉਹ ਇਸੇ ਹੀ ਪਾਵਨ ਧਰਤੀ ਦੇ ਉੱਪਰ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਜ਼ਾਲਮਾਂ ਤੋਂ ਧਾਰਵੜੀਆਂ ਦੇ ਮੁਕਾਬਲਾ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਇਸ ਪਾਵਨ ਧਰਤੀ ਦੇ ਉੱਪਰ ਕਿਲਿਆਂ ਦੀ ਵੀ ਰਚਨਾ ਕੀਤੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਇੱਥੇ ਕਿਲੇ ਜਿਹੜੇ ਸਹੀ ਹੋਲਗੜ੍ਹ, ਲੋਹਗੜ੍ਹ, ਤਾਰਾਗੜ੍ਹ, ਫਤਿਹਗੜ੍ਹ, ਆਨੰਦਗੜ੍ਹ, ਇਹ 5 ਕਿਲਿਆਂ ਦੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇੱਥੇ ਰਚਨਾ ਕਰਦੇ ਹਨ ਤਾਂ ਕਿ ਇਸ ਇਤਿਹਾਸ ਨੂੰ ਅਸੀਂ ਆਪਣੇ ਹਿਰਦੇ ਵਿੱਚ ਸਮੋ ਸਕੀਏ। ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਇਤਿਹਾਸ ਦਸਤਾਵੇਜ਼ ਜਿਹੜੇ ਬਣ ਕਰਕੇ ਇਹ ਇਕੱਲਾ ਇੱਕ ਸਾਡੇ ਵਾਸਤੇ ਜਾਣਕਾਰੀ ਨਾ ਹੋਵੇ, ਇਸ ਇਤਿਹਾਸ ਨੂੰ ਅਸੀਂ ਆਪਣੇ ਮਨ ਦੇ ਵਿੱਚ ਸੰਜੋ ਸਕੀਏ ਤਾਂ ਕਿ ਹਮੇਸ਼ਾ ਹੀ ਇਹ ਇਤਿਹਾਸ ਜਿਹੜਾ ਹੈ ਸਾਡੀ ਯਾਦ ਸ਼ਕਤੀ ਦੇ ਵਿੱਚ ਬਣਿਆ ਰਹੇ। ਆਓ ਤੁਹਾਨੂੰ ਇੱਥੋਂ ਦੇ ਇਤਿਹਾਸ ਦੇ ਨਾਲ ਜਾਣੂ ਕਰਾਉਂਦੇ ਆ ਕਿ ਕਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਇੱਥੇ ਆਉਂਦੇ ਨੇ ਤੇ ਇਸ ਧਰਤੀ ਦਾ ਨਾਂ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿਹੜਾ ਅਸੀਂ ਮਾਖੋਵਾਲ ਦੀ ਜ਼ਮੀਨ ਲੈ ਕਰਕੇ ਚੱਕ ਨਾਨਕੀ ਨਗਰ ਵਸਾਉਂਦੇ ਨੇ ਤੇ ਇੱਥੋਂ ਦਾ ਇਤਿਹਾਸ ਅੱਗੇ ਕਿਵੇਂ ਤੁਰਦਾ ਹੈ। ਆਓ ਤੁਹਾਨੂੰ ਇਸ ਜਾਣਕਾਰੀ ਤੋਂ ਵਾਕਿਫ ਕਰਾਉਂਦੇ ਹਾਂ। ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਬਾਬਾ ਤੀਰਥ ਸਿੰਘ ਜੀ ਜੋ ਵੰਸ਼ਜ ਨੇ ਭਾਈ ਜੈਤਾ ਬਾਬਾ ਜੀਵਨ ਸਿੰਘ ਜੀ ਦੇ ਵੰਸ਼ਜ ਦੇ ਨੇ, ਉਹਨਾਂ ਦੀ ਕੁੱਲ ਦੇ ਵਿੱਚੋਂ 8ਵੀਂ ਪੀੜ੍ਹੀ ਨੇ। ਆਓ ਉਹਨਾਂ ਤੋਂ ਜਾਣਦੇ ਹਾਂ ਕਿ ਬਾਬਾ ਜੀ ਇਹ ਜੇਕਰ ਅਸੀਂ ਆਨੰਦਪੁਰ ਸਾਹਿਬ ਤੋਂ ਪਹਿਲੇ ਨਾਮ ਦੀ ਗੱਲ ਕਰਦੇ ਹਾਂ ਤੇ ਪਹਿਲਾ ਨਾਂ ਇਸ ਅਸਥਾਨ ਦਾ ਚੱਕ ਨਾਨਕੀ ਹੈ ਤੇ ਚੱਕ ਨਾਨਕੀ ਮਾਖੋਵਾਲ ਤੋਂ ਬਾਅਦ ਵਿੱਚ ਗੁਰੂ ਸਾਹਿਬ ਜਿਸ ਵੇਲੇ ਇਸ ਨਗਰ ਨੂੰ ਵਸਾਉਂਦੇ ਨੇ ਤੇ ਚੱਕ ਨਾਨਕੀ ਇਸ ਦਾ ਨਾਮ ਰੱਖਦੇ ਆ।
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਮਦ ਦੇ ਨਾਲ ਕਿਸ ਤਰ੍ਹਾਂ ਫਿਰ ਇਸ ਨਗਰ ਦਾ ਨਾਂ ਚੱਕ ਨਾਨਕੀ ਤੋਂ ਆਨੰਦਪੁਰ ਸਾਹਿਬ ਹੁੰਦਾ ਹੈ ਜੀ, ਸੰਖੇਪ ਸ਼ਬਦਾਂ ਦੇ ਵਿੱਚ। ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਧਰਤੀ ਤੇ ਪਹੁੰਚ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਆਨੰਦਪੁਰ ਸਾਹਿਬ ਦੇ ਵਿੱਚ 5 ਕਿਲ੍ਹਿਆਂ ਦਾ ਨਿਰਮਾਣ ਕੀਤਾ। ਸਭ ਤੋਂ ਪਹਿਲਾ ਕਿਲ੍ਹਾ ਸੀ ਕਿਲ੍ਹਾ ਆਨੰਦਗੜ੍ਹ, ਜਿਸ ਕਿਲ੍ਹੇ ਦੇ ਵਿੱਚ 10ਵੇਂ ਪਾਤਸ਼ਾਹ ਦੀ 10,000 ਖਾਲਸਾ ਫੌਜ ਸਾਹਿਬ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਦੀ ਕਮਾਂਡ ਦੇ ਥੱਲੇ ਇਸ ਕਿਲ੍ਹੇ ਦੇ ਵਿੱਚ ਰਹਿੰਦੀ ਸੀਗੀ। ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਾਤਸ਼ਾਹ ਨੇ ਕੁਝ ਸਮਾਂ ਐਸਾ ਵੀ ਕੱਟਿਆ ਜਦੋਂ ਇੱਥੇ ਆਨੰਦ ਹੀ ਆਨੰਦ ਸੀਗਾ। ਸੱਚੇ ਪਾਤਸ਼ਾਹ ਨੇ ਇੱਥੇ ਜਿੱਥੇ ਚੌਪਈ ਸਾਹਿਬ ਦਾ ਇਸ ਏਰੀਏ ਦੇ ਵਿੱਚ ਉਚਾਰਨ ਕੀਤਾ, ਉੱਥੇ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਸੇ ਧਰਤੀ ਦਾ ਨਾਂ, ਇਸੇ ਹੀ ਪ੍ਰਥਾ ਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬ ਨੇ ਇਸ ਦਾ ਆਨੰਦ ਹੀ ਹੈ, ਆਨੰਦ ਗੁਰੂ ਤੇ ਜਾਣਿਆ ਦੇ ਲਫ਼ਜ਼ ਜਿਹੜੇ ਸੀਗੇ ਮਹਾਰਾਜ ਨੇ ਇਸ ਧਰਤੀ ਦਾ ਨਾਂ ਹੀ ਆਨੰਦਪੁਰ ਸਾਹਿਬ ਰੱਖਿਆ। ਅੱਜ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਉਹ ਅਸਥਾਨ ਮੌਜੂਦ ਨੇ ਜਿੱਥੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ, ਜਿਵੇਂ ਕਿ ਕਿਲ੍ਹਾ ਆਨੰਦਗੜ੍ਹ, ਇੱਥੇ ਸੱਚੇ ਪਾਤਸ਼ਾਹ ਦੀ ਆਪਣੀ ਰਿਹਾਇਸ਼ ਹੁੰਦੀ ਸੀ। ਕਿਲ੍ਹਾ ਲੋਹਗੜ੍ਹ, ਜਿੱਥੇ ਭਾਈ ਬਚਿੱਤਰ ਸਿੰਘ ਨੇ ਹਾਥੀ ਦਾ ਮੁਕਾਬਲਾ ਕੀਤਾ, ਉਸ ਕਿਲ੍ਹੇ ਦੇ ਵਿੱਚ ਸੱਚੇ ਪਾਤਸ਼ਾਹ ਦਾ ਅਸਲੇ ਦਾ ਕਾਰਖਾਨਾ ਹੋਇਆ ਕਰਦਾ ਸੀਗਾ। ਤੀਸਰਾ ਕਿਲ੍ਹਾ ਸੀਗਾ ਕਿਲ੍ਹਾ ਹੋਲਗੜ੍ਹ, ਜਿਹੜਾ ਸੱਚੇ ਪਾਤਸ਼ਾਹ ਦਾ ਇੱਕ ਟ੍ਰੇਨਿੰਗ ਸੈਂਟਰ ਸੀਗਾ। ਦੋਨਾਂ ਗੁਰੂ ਸਾਹਿਬ ਨੇ ਆਪਣੀਆਂ ਫੌਜਾਂ ਦੇ 2 ਟੋਲੀਆਂ ਬਣਾ ਲੈਣੀਆਂ। 2 ਟੋਲੀਆਂ ਬਣਾ ਕੇ ਉਹਨਾਂ ਦੀ ਕਰਤੱਵ ਵਿਦਿਆ ਦੇਖਣਾ ਕਿ ਮੇਰਾ ਸਿੰਘ ਕਿੰਨਾ ਕੁ ਘੋੜ ਸਵਾਰ ਵਧੀਆ ਹੋ ਚੁੱਕਾ ਹੈ, ਮੇਰਾ ਸਿੰਘ ਕਿੰਨਾ ਕੁ ਵਧੀਆ ਤੀਰ ਅੰਦਾਜ਼ ਹੋ ਚੁੱਕਾ ਹੈ। ਸੱਚੇ ਪਾਤਸ਼ਾਹ ਨੇ ਫਿਰ ਆਪਣੇ ਸਿੰਘਾਂ ਦੇ ਕਰਤੱਵ ਵਿਦਿਆ ਦੇਖ ਕੇ ਸਿੰਘਾਂ ਨੂੰ ਇਨਾਮ ਦੇਣੇ ਸ਼ੁਰੂ ਕੀਤੇ ਤੇ ਉਹ ਕਿਲ੍ਹਾ ਹੋਲਗੜ੍ਹ ਸਾਹਿਬ ਤੇ ਚੌਥਾ ਕਿਲ੍ਹਾ ਸੀਗਾ, ਤੀਸਰਾ ਕਿਲ੍ਹਾ ਸੀ ਕਿਲ੍ਹਾ ਫਤਿਹਗੜ੍ਹ ਸਾਹਿਬ, ਜਿੱਥੇ ਮਹਾਰਾਜ ਨੇ ਕੁਝ ਆਪਣੇ ਸ਼ਾਂਤੀ ਦੇ ਪਲ ਗੁਜ਼ਾਰੇ। ਤੇ ਪੰਜਵਾਂ ਕਿਲ੍ਹਾ ਸੀ ਕਿਲ੍ਹਾ ਤਾਰਾਗੜ੍ਹ, ਜਿੱਥੇ ਮਹਾਰਾਜ ਜੀ ਦਾ ਹੌਸਪੀਟਲ ਸੀਗਾ, ਜਿਹਦੀ ਸੁਪਰਦਦਾਰੀ ਭਾਈ ਸਾਹਿਬ ਭਾਈ ਕਨ੍ਹਈਆ ਸਾਹਿਬ ਜੀ ਨੂੰ ਦਿੱਤੀ ਗਈ। ਇਹ 5 ਕਿਲ੍ਹੇ ਧਰਤੀ ਤੇ ਇਸ ਤੇ ਅੱਜ ਵੀ ਮੌਜੂਦ ਨੇ। ਸੰਗਤਾਂ ਦਰਸ਼ਨ ਕਰਕੇ ਵਡਭਾਗੀ ਹੁੰਦੀਆਂ ਨੇ। ਜਿੱਥੇ ਇਹ ਕਿਲ੍ਹੇ ਮੌਜੂਦ ਨੇ, ਕਿਲ੍ਹੇ ਦੇ ਖੱਬੇ ਪਾਸੇ ਜਿੱਥੇ ਆਪਾਂ ਖੜੇ ਹਾਂ, ਨਾਲ ਹੀ ਹੈ ਸਾਹਿਬ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦਾ ਉਹ ਪੁਰਾਤਨ ਅਸਥਾਨ, ਜਿਸ ਜਗ੍ਹਾ ਤੇ ਬਾਬਾ ਜੀ ਨੇ 29 ਸਾਲ ਤਪੱਸਿਆ ਕੀਤੀ। ਉਹ ਘਰ ਜਿਹਦੀ ਆਪਾਂ ਛੱਤ ਦੇ ਉੱਤੇ ਖੜ ਕੇ ਇਹ ਆਨੰਦਪੁਰ ਸਾਹਿਬ ਦਾ ਦ੍ਰਿਸ਼ ਨਜ਼ਰ ਆ ਰਿਹਾ ਹੈ, ਉਹ ਪੁਰਾਤਨ ਘਰ ਅੱਜ ਵੀ ਜਿਉਂਦਾ ਤਿਉਂ ਮੌਜੂਦ ਹੈ। ਸੰਗਤਾਂ ਦਰਸ਼ਨ ਕਰਕੇ ਵਡਭਾਗੀ ਹੁੰਦੀਆਂ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ। ਮਹਾਂਪੁਰਖਾਂ ਨੇ ਬੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਸੀ ਆਨੰਦਪੁਰ ਸਾਹਿਬ ਦਾ ਜਿਹੜਾ ਮੁੱਢਲਾ ਇਤਿਹਾਸ ਹੈ ਕਿਲ੍ਹਿਆਂ ਦਾ ਉਹ ਸਾਨੂੰ ਜਾਣੂ ਕਰਾਇਆ ਹੈ। ਆਓ ਹੁਣ ਆਪਾਂ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹਾਦਤ ਦਾ ਸਫ਼ਰ ਹੈ ਉਸ ਪਾਸੇ ਨੂੰ ਚੱਲਦੇ ਹਾਂ ਤੇ ਦਰਸ਼ਨ ਕਰਦੇ ਹਾਂ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ, ਤੇ ਕਿਵੇਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਸ ਕਿਲ੍ਹੇ ਨੂੰ ਛੱਡਦੇ ਨੇ ਤੇ ਕਿਵੇਂ ਸ਼ਹਾਦਤ ਦਾ ਜਿਹੜਾ ਸਫ਼ਰ ਹੈ ਉਹ ਆਰੰਭ ਹੁੰਦਾ ਹੈ। ਆਓ ਕਰਦੇ ਹਾਂ ਦਰਸ਼ਨ ਔਰ ਜਾਣਦੇ ਹਾਂ ਇਤਿਹਾਸ ਨੂੰ। ਸਤ ਸੰਗਤ, ਆਪ ਜੀ ਸਾਹਿਬ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਪੁਰਾਤਨ ਇਸ ਘਰ ਦੇ ਦਰਸ਼ਨ ਕਰ ਰਹੇ ਹੋ, ਜਿੱਥੇ ਆਪ ਜੀ ਉਹਨਾਂ ਮਹਾਨ ਸ਼ਹੀਦਾਂ ਦੇ ਇਸ ਪਾਵਨ ਘਰ ਦੇ ਦਰਸ਼ਨ ਕਰ ਰਹੇ ਹੋ। ਉੱਥੇ ਨਾਲ ਹੀ ਇਸ ਤੋਸ਼ਾਖਾਨੇ ਦੇ ਵੀ ਦਰਸ਼ਨ ਕਰੋ। ਇਹ ਉਸ ਵੇਲੇ ਦਾ ਪੁਰਾਤਨ ਤੋਸ਼ਾਖਾਨਾ ਹੈ, ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਆਪਣੇ ਸ਼ਸਤਰ ਤੇ ਸਾਹਿਬ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਨਿੱਜੀ ਸ਼ਸਤਰ ਇੱਥੇ ਰੱਖੇ ਜਾਂਦੇ ਸਨ। ਇਹ ਤੋਸ਼ਾਖਾਨੇ ਦੇ ਮੂਹਰੇ ਲੱਕੜ ਦਾ ਦਰਵਾਜ਼ਾ ਵੀ ਸੀਗਾ, ਜੋ ਪੁਰਾਤਨ ਹੋਣ ਕਰਕੇ ਸਿਉਂਕ ਨੇ ਖਾ ਲਿਆ, ਖਤਮ ਹੋ ਗਿਆ ਹੈ। ਤੇ ਤੋਸ਼ਾਖਾਨਾ ਅੱਜ ਵੀ ਜਿਉਂ ਦਾ ਤਿਉਂ ਹੈ। ਸੰਗਤਾਂ ਦਰਸ਼ਨ ਕਰਕੇ ਵਡਭਾਗੀ ਹੁੰਦੀਆਂ ਨੇ। ਇਹ ਹੈ ਉਸ ਸਮੇਂ ਦਾ ਪੁਰਾਤਨ ਘਰ, ਜਿਸ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਮੈਂ ਕਹਾਂਗਾ ਕੈਮਰਾਮੈਨ ਨੂੰ ਕਿ ਇਹ ਘਰ ਦੇ ਉੱਪਰ ਛੱਤ ਦੇ ਵੀ ਦਰਸ਼ਨ ਕਰਾਉਣ ਸੰਗਤਾਂ ਨੂੰ। ਇਹ ਪੁਰਾਤਨ ਘਰ ਹੈ ਭਾਈ ਉਹਨਾਂ ਮਹਾਨ ਸ਼ਹੀਦਾਂ ਦਾ, ਜਿਹਦਾ ਤੁਸੀਂ ਦਰਸ਼ਨ ਕਰ ਰਹੇ ਹੋ। ਨਾਲ ਹੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ
ਉਹ ਸਰੂਪ ਜਿਸ ਸਰੂਪ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਵੇਲੇ ਇਸ ਪਰਿਵਾਰ ਨੂੰ ਦੇ ਕੇ ਗਏ, ਇਹਦੀ ਸੇਵਾ ਸੰਭਾਲ ਕਰਨ ਵਾਸਤੇ ਉਹ ਸਰੂਪ ਅੱਜ ਵੀ ਗੁਰੂ ਸਾਹਿਬ ਦੇ ਸਮੇਂ ਦਾ ਇਸ ਘਰ ਦੇ ਵਿੱਚ ਮੌਜੂਦ ਹੈ। ਸੰਗਤਾਂ ਦਰਸ਼ਨ ਕਰਕੇ ਵਡਭਾਗੀ ਹੁੰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਹੁਣੇ ਹੀ ਦਰਸ਼ਨ ਕੀਤੇ ਨੇ ਉਸ ਅਸਥਾਨ ਦੇ ਜਿਹੜੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸੀਸ ਦਿੱਲੀ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸਨ। ਭਾਵ ਕਿ ਭਾਈ ਜੈਤਾ ਜਿਨ੍ਹਾਂ ਨੇ 30 ਮਾਰਚ 1699 ਦੀ ਵਿਸਾਖੀ ਤੇ ਅੰਮ੍ਰਿਤ ਛਕ ਕਰਕੇ ਭਾਈ ਜੈਤਾ ਤੋਂ ਬਾਬਾ ਜੀਵਨ ਸਿੰਘ ਜੀ ਦਾ ਨਾਮ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਹੁਣ ਅਸੀਂ ਉਸ ਕਿਲੇ ਦੇ ਦਰਸ਼ਨ ਕਰ ਰਹੇ ਹਾਂ। ਬਿਲਕੁਲ ਮੇਰੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਕਿਲਾ ਆਨੰਦਗੜ੍ਹ, ਜਿਸ ਕਿਲੇ ਨੂੰ ਮਈ 1704 ਦੇ ਵਿੱਚ ਘੇਰਾ ਜਿਹੜਾ ਹੈ 22 ਧਾਰ ਦੇ ਰਾਜਿਆਂ ਵੱਲੋਂ ਪਾਇਆ ਜਾਂਦਾ ਹੈ। ਜੇਕਰ ਤੁਸੀਂ ਥੋੜ੍ਹਾ ਜਿਹਾ ਇਸ ਪਾਸੇ ਨੂੰ ਦੇਖੋ ਤਾਂ ਸਾਹਮਣੇ ਉਹ ਪਹਾੜੀ ਜਿਹੜੀ ਦਿਸਦੀ ਪਈ ਹੈ ਉਹਨੂੰ ਅੱਜ ਨੈਣਾ ਦੇਵੀ ਦੀ ਪਹਾੜੀ ਆਖਦੇ ਨੇ। ਇਹ ਇੱਕ ਪਹਾੜੀ ਦੇ ਪਿੱਛੇ ਜਿਹੜੀਆਂ ਨੇ 21 ਹੋਰ ਪਹਾੜੀਆਂ ਨੇ। ਇਹ ਇੱਕ ਪਹਾੜੀ ਦੇ ਉੱਪਰ ਇੱਕ ਰਾਜੇ ਦਾ ਜਿਹੜਾ ਸੀ ਕਬਜ਼ਾ ਸੀ, ਜਿਨ੍ਹਾਂ ਨੂੰ 22 ਧਾਰ ਦੇ ਰਾਜੇ ਕਿਹਾ ਜਾਂਦਾ ਸੀ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਜਦੋਂ ਇਸ ਅਸਥਾਨ ਨੂੰ ਵਸਾਇਆ, ਸਤਿਗੁਰੂ ਮਹਾਰਾਜ ਨੇ ਇੱਥੇ ਰਣਜੀਤ ਨਗਾਰਾ ਵਜਾਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਸ਼ਾਹੀ ਸ਼ਾਨੋ ਸ਼ੌਕਤ ਨੂੰ ਦੇਖ ਕਰਕੇ ਜਿਹੜੇ ਪਹਾੜੀ ਰਾਜਿਆਂ ਦੇ ਦਿਲ ਸਨ ਉਹ ਦਹਿਲਦੇ ਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੂੰ ਚੁੱਪ ਕਰਾਉਣ ਵਾਸਤੇ ਕਈ ਵਾਰੀ ਉਹਨਾਂ ਨੇ ਜਿਹੜੇ ਆਪਣੇ ਸ਼ਾਹੀ ਫਰਮਾਨ ਵੀ ਭੇਜੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਉੱਪਰ ਕਿਸੇ ਵੀ ਗੱਲ ਦਾ ਕੋਈ ਨਾ ਤੇ ਭੈ ਸੀ, ਨਾ ਡਰ ਸੀ, ਨਾ ਸ਼ਿਕਵਾ, ਨਾ ਗਿਲਾ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਬਿਲਕੁਲ ਉਸੇ ਹੀ ਤਰ੍ਹਾਂ ਸ਼ਾਹੀ ਠਾਠ ਬਾਠ ਦੇ ਨਾਲ ਸਤਿਗੁਰੂ ਮਹਾਰਾਜ ਜੀ ਵਿਚਰਦੇ ਰਹੇ ਨੇ। ਇਸੇ ਹੀ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹੈ ਉਹ ਪ੍ਰਸਾਦੀ ਹਾਥੀ ਸਤਿਗੁਰੂ ਮਹਾਰਾਜ ਉੱਪਰ ਚੌਰ ਕਰਦਾ ਹੈ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਪੂੰਝਣਾ। ਇਹ ਪ੍ਰਸਾਦੀ ਹਾਥੀ ਨੇ ਇਹ ਸੇਵਾ ਕਰਨੀ ਤੇ ਲੋਕ ਜਿਹੜੇ ਦੇਖਦੇ ਸੀ ਉਹ ਤਾਂ ਖੁਸ਼ ਹੁੰਦੇ ਸੀ, ਪਰ ਜਿਹੜੇ ਪਹਾੜੀ ਰਾਜੇ ਨੇ ਉਹ ਇਹ ਸਾਰਾ ਕੁਝ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਲਾਲਚ ਵੀ ਪੈਦਾ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜੇ ਪ੍ਰਸਾਦੀ ਹਾਥੀ, ਪੰਜ ਕਲਾ ਸ਼ਸਤਰ, ਇਹ ਚੰਦਨ ਦੀ ਚੌਂਕੀ, ਇਹ ਸਾਰਾ ਕੁਝ ਇਹ ਸਾਡੇ ਕੋਲ ਹੋਣਾ ਚਾਹੀਦਾ ਹੈ। ਤੇ ਸਭ ਤੋਂ ਜ਼ਿਆਦਾ ਈਰਖਾ ਜੇਕਰ ਕਿਸੇ ਨੇ ਕੀਤੀ ਹੈ ਤੇ ਉਹ ਰਾਜਾ ਭੀਮ ਚੰਦ ਨੇ ਕੀਤੀ, ਜਿੰਦੇ ਵੱਡਿਆਂ ਦੇ ਵਿੱਚੋਂ ਰਾਜਾ ਤਾਰਾ ਚੰਦ, ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛੁਡਾ ਕੇ ਲੈ ਕੇ ਆਉਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਇਸ ਕਿਲੇ ਦੇ ਵਿੱਚ ਨੇ ਤੇ ਉਸ ਵੇਲੇ ਗਿਣਤੀ ਕਹੀ ਜਾਂਦੀ ਹੈ ਕਿ 10,000 ਸਿੰਘਾਂ ਦੀ ਗਿਣਤੀ ਜਿਹੜੀ ਸੀ ਉਹ ਕਿਲੇ ਦੇ ਵਿੱਚ ਮੌਜੂਦ ਹੈ। ਜਿਸ ਕਿਲੇ ਨੂੰ ਮਈ ਤੋਂ ਘੇਰਾ ਪਾਇਆ ਜਾਂਦਾ ਹੈ, ਮਈ 1704 ਦੇ ਵਿੱਚ ਇਹ ਘੇਰਾ ਜਿਹੜਾ ਸੀ ਇਹ ਪੈਣਾ ਸ਼ੁਰੂ ਹੁੰਦਾ ਹੈ ਤੇ ਲਗਾਤਾਰ ਇਹ ਘੇਰਾ ਜਿਹੜਾ ਸੀ ਉਹ ਤੰਗ ਕੀਤਾ ਗਿਆ। ਭਾਵ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਕੋਲ ਜੋ ਕੁਛ ਰਾਸ਼ਨ ਅੰਦਰ ਸੀ ਉਹੀ ਵਰਤਿਆ ਗਿਆ ਤੇ ਪਾਣੀ ਦੀ ਵੀ ਕਿੱਲਤ ਆਉਂਦੀ ਰਹੀ। ਤੇ ਕਵੀ ਗਿਆਨੀ ਗਿਆਨ ਸਿੰਘ ਜੀ ਹੁਣੀ ਲਿਖਦੇ ਨੇ ਕਿ ਪਾਣੀ ਲਿਆਉਣ ਵਾਸਤੇ ਵੀ ਸ਼ਹਾਦਤਾਂ ਹੁੰਦੀਆਂ ਰਹੀਆਂ ਨੇ ਕਿ ਸਿੱਖਾਂ ਦੇ ਵਾਸਤੇ ਜਲ ਲੈ ਕੇ ਆਉਣਾ ਤੇ ਉਹ ਜਲ ਦੀ ਪੂਰਤੀ ਵਾਸਤੇ 4 ਸਿੱਖ ਪਾਣੀ ਵਾਸਤੇ ਜਾਂਦੇ ਸੀ, 2 ਲੜਕੇ ਸ਼ਹੀਦ ਹੋ ਜਾਂਦੇ ਸੀ ਤੇ 2 ਜਿਹੜੇ ਸੀ ਵਾਪਸ ਪਾਣੀ ਲੈ ਕੇ ਆਉਂਦੇ ਸੀ। 4 ਸਿੱਖ ਪਾਣੀ ਕੋ ਜਾਵੇਂ, 2 ਜੂਝੇ 2 ਜਲ ਲੈ ਆਵੇਂ। ਸੋ ਆਓ ਤੁਹਾਨੂੰ ਉਸ ਕਿਲੇ ਦੇ ਵੀ ਦਰਸ਼ਨ ਕਰਾਉਣੇ ਆ ਤੇ ਨਾਲ ਨਾਲ ਅਸੀਂ ਉਹਦੀ ਪੁਰਾਤਨਤਾ, ਉਹ ਇਤਿਹਾਸ ਤੋਂ ਵੀ ਜਾਣੂ ਹੁੰਦੇ ਆ। ਆਓ ਕਰਦੇ ਹਾਂ ਜੀ ਦਰਸ਼ਨ ਉਸ ਮੁਬਾਰਕ ਅਸਥਾਨ ਦੇ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਚਰਨ ਪਾਏ ਹਨ।
ਸੋ ਬਿਲਕੁਲ ਆਪ ਜੀ ਇਸ ਵੇਲੇ ਦਰਸ਼ਨ ਦਿਦਾਰੇ ਕਰ ਰਹੇ ਹੋ ਗੁਰਦੁਆਰਾ ਕਿਲ੍ਹਾ ਸ਼੍ਰੀ ਆਨੰਦਗੜ੍ਹ ਸਾਹਿਬ। ਇਸ ਕਿਲ੍ਹੇ ਦੇ ਅੰਦਰ ਇਸ ਵੇਲੇ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਹੈ ਉਹ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸੋ ਇਹ ਕਿਲ੍ਹਾ ਜਿਹੜਾ ਸਨ 1699 ਤੋਂ 1705 ਤੱਕ ਜਿਹੜਾ ਬਣਾਇਆ ਗਿਆ ਆ, ਅਤੇ ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਵਿਰੁੱਧ ਗੁਰੂ ਸਾਹਿਬ ਨੇ ਜਿਹੜੀਆਂ ਕਈ ਜੰਗ ਅਤੇ ਯੁੱਧ ਲੜੇ ਆ, ਅਤੇ ਇਹ ਕਿਲ੍ਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 5 ਕਿਲ੍ਹਿਆਂ ਦੇ ਵਿੱਚੋਂ ਇੱਕ ਹੈ, ਅਤੇ ਭੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਦੇ ਵਿੱਚ ਇਸ ਕਿਲ੍ਹੇ ਦੀ ਉਸਾਰੀ ਕੀਤੀ ਗਈ। ਕਿਲ੍ਹੇ ਦੇ ਅੰਦਰ ਗੁਰੂ ਸਾਹਿਬ ਜੀ ਦੇ ਸਮੇਂ ਦੀ ਪੁਰਾਤਨ ਬੌਲੀ ਸਾਹਿਬ ਜੀ ਦੇ ਵੀ ਆਪ ਜੀ ਦਰਸ਼ਨ ਕਰ ਰਹੇ ਹੋ। ਗੁਰੂ ਸਾਹਿਬ ਜੀ ਦੇ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਉਪਰੰਤ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਵੱਲੋਂ ਹਮਲਾ ਨਾ ਕਰਨ ਦੀਆਂ ਕਸਮਾਂ ਖਾਣ 'ਤੇ ਗੁਰੂ ਸਾਹਿਬ ਜੀ ਨੇ ਇੱਥੋਂ ਕਿਲ੍ਹਾ ਖਾਲੀ ਕਰਕੇ ਸਮੂਹ ਸਿੰਘਾਂ ਸਮੇਤ ਚਮਕੌਰ ਸਾਹਿਬ ਜੀ ਨੂੰ ਚਾਲੇ ਪਾ ਦਿੱਤੇ ਸਨ। ਸੋ ਇਹ ਕਿਲ੍ਹੇ ਦਾ ਬਾਹਰੀ ਰੂਪ ਆਪ ਜੀ ਦੇਖ ਰਹੇ ਹੋ। ਲਾਲ ਰੰਗ ਦੀ ਇਹ ਇੱਕ ਵੱਡੀ ਕਿਲ੍ਹੇ ਦੀ ਇਮਾਰਤ ਜਿਹੜੀ ਆ ਉਹ ਨਜ਼ਰ ਆ ਰਹੀ ਆ, ਜਿਸ ਦੇ ਵਿੱਚੋਂ ਦੀ ਕਈ ਸੁਰਾਖ ਜਿਹੜੇ ਆ ਉਹ ਨਜ਼ਰ ਆ ਰਹੇ ਆ। ਇਹ ਸੁਰਾਖ ਉਸ ਸਮੇਂ ਜਦੋਂ ਹਮਲਾ ਹੋਇਆ ਤਾਂ ਤੀਰ ਇਹਨਾਂ ਦੇ ਵਿੱਚ ਦੀ ਛੱਡਣ ਵਾਸਤੇ, ਦੁਸ਼ਮਣ ਦਾ ਟਾਕਰਾ ਕਰਨ ਵਾਸਤੇ ਬਣਾਏ ਗਏ। ਸੋ ਇਸ ਕਿਲ੍ਹੇ ਦੇ ਅੰਦਰ ਗੁਰੂ ਸਾਹਿਬ, ਉਹਨਾਂ ਦਾ ਪਰਿਵਾਰ ਅਤੇ ਹੋਰ ਸਿੰਘ ਸਿੰਘਣੀਆਂ ਰਹੇ। 7 ਮਹੀਨੇ ਦੇ ਘੇਰੇ ਤੋਂ ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਿੰਘਾਂ ਦੇ ਕਹਿਣ ਦੇ ਉੱਤੇ, ਬੇਨਤੀ ਕਰਨ ਦੇ ਉੱਤੇ ਇਸ ਕਿਲ੍ਹੇ ਨੂੰ ਖਾਲੀ ਕੀਤਾ। ਸੋ ਇਸ ਦਾ ਅੰਦਰ ਦਾ ਰੂਪ ਜਿਹੜਾ ਆ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਅੰਦਰੋਂ ਕਿਵੇਂ ਇਸ ਦੀ ਉਸਾਰੀ ਹੋਈ, ਕਿਵੇਂ ਇਹ ਬਣਿਆ ਹੋਇਆ। ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਕਿਲ੍ਹੇ ਦਾ ਅੰਦਰਲਾ ਹਿੱਸਾ, ਜਿਸ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਆ, ਅਤੇ ਇਸ ਦੇ ਵਿੱਚ ਕੁਝ ਜਗ੍ਹਾ ਦੇ ਉੱਤੇ ਸ਼ੀਸ਼ਾ ਲਾ ਕੇ ਪੁਰਾਤਨ ਕਿਲ੍ਹੇ ਦੀਆਂ ਕੰਧਾਂ ਨੂੰ ਅਜੇ ਵੀ ਸਾਂਭ ਕੇ ਰੱਖਿਆ ਹੋਇਆ ਆ, ਜੋ ਸੰਗਤਾਂ ਆ ਕੇ ਦਰਸ਼ਨ ਕਰ ਸਕਣ ਕਿ ਕਿਵੇਂ ਨਿੱਕੀ ਇੱਟ ਦੇ ਨਾਲ ਇਹ ਕਿਲ੍ਹਾ ਜਿਹੜਾ ਆ ਉਹ ਬਣਿਆ ਹੋਇਆ ਸੀਗਾ। ਜਿਵੇਂ ਰਾਜਨੀਤੀ ਦਾ ਇੱਕ ਅਸੂਲ ਮੰਨਿਆ ਜਾਂਦਾ ਹੈ ਸ਼ਾਮ ਦਾਮ ਦੰਡ ਭੇਦ, ਉਹ ਹਰ ਤਰੀਕਾ ਜਿਹੜਾ ਸੀ ਪਹਾੜੀ ਰਾਜਿਆਂ ਵੱਲੋਂ ਅਪਣਾਇਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੂੰ ਕਿਲ੍ਹਾ ਖਾਲੀ ਕਰਵਾਉਣ ਦੇ ਵਾਸਤੇ ਉਹਨਾਂ ਨੇ ਜਿਹੜਾ ਸੀ ਉਸ ਸਮੇਂ ਦੀ ਹਕੂਮਤ ਹੈ, ਔਰੰਗਜ਼ੇਬ ਬਾਦਸ਼ਾਹ ਹੈ, ਉਹਨੂੰ ਉਸ ਵੇਲੇ ਚਿੱਠੀਆਂ ਲਿਖੀਆਂ ਗਈਆਂ, ਜਿਨ੍ਹਾਂ ਵਿੱਚ ਇਹ ਇਕਬਾਲ ਕੀਤਾ ਗਿਆ ਕਿ ਅਸੀਂ ਤੁਹਾਡੇ ਅਧੀਨ ਹਾਂ ਤੇ ਅਸੀਂ ਤਾਂ ਤੁਹਾਡੇ ਅਧੀਨ ਹੀ ਰਵਾਂਗੇ, ਪਰ ਜੇਕਰ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਸ਼ਕਤੀ ਤਾਕਤ ਵੱਧਦੀ ਗਈ ਤੇ ਤੁਹਾਡੇ ਕੋਲ ਜਿਹੜਾ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਇਹ ਹਿੱਸਾ ਹੈ ਇਹ ਤੁਹਾਡੇ ਹੱਥਾਂ ਦੇ ਵਿੱਚੋਂ ਚਲੇ ਜਾਏਗਾ। ਔਰੰਗਜ਼ੇਬ ਨੇ ਉਸ ਵੇਲੇ ਜਿਹੜਾ ਲਾਹੌਰ ਦਾ ਗਵਰਨਰ ਹੈ ਤੇ ਦੂਸਰੇ ਪਾਸੇ ਜਿਹੜਾ ਹੈ ਸਰਹੰਦ ਦਾ ਗਵਰਨਰ, ਇਹਨਾਂ ਦੋਨਾਂ ਨੂੰ ਵੀ ਚਿੱਠੀਆਂ ਲਿਖ ਦਿੱਤੀਆਂ। ਸਰਹੰਦ ਦਾ ਨਵਾਬ ਵਜ਼ੀਰ ਖਾਂ ਦੇ ਅੰਦਰ ਉਸ ਵੇਲੇ ਦੇ 12 ਪਰਗਨੇ ਆਉਂਦੇ ਨੇ। ਫੌਜ ਜਿਹੜੀ ਸੀ ਉਹ ਘੇਰਾ ਪਾਉਣਾ ਉਹਨਾਂ ਨੇ ਸ਼ੁਰੂ ਕੀਤਾ ਹੈ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ। ਪੰਮਾ ਪੁਰੋਹਿਤ, ਜਿਹਨੂੰ ਪਰਮਾਨੰਦ ਵੀ ਕਿਹਾ ਗਿਆ, ਸਭ ਤੋਂ ਪਹਿਲਾਂ ਉਹਦੇ ਰਾਹੀਂ ਇੱਕ ਆਟੇ ਦੀ ਗਾਂ ਬਣਾ ਕਰਕੇ ਥਾਲੀ ਦੇ ਵਿੱਚ ਜਨੇਊ ਰੱਖ ਕਰਕੇ ਇੱਥੇ ਭੇਜਿਆ ਗਿਆ ਤੇ ਕਸਮ ਖਾਧੀ ਗਈ ਕਿ ਜੇਕਰ ਤੁਸੀਂ ਕਿਲ੍ਹਾ ਖਾਲੀ ਕਰ ਦਿੰਦੇ ਹੋ ਤੇ ਅਸੀਂ ਜਿਹੜਾ ਹੈ ਤੁਹਾਡੇ ਨਾਲ, ਅਸੀਂ ਤੁਹਾਨੂੰ ਬਿਲਕੁਲ ਆਰਾਮ ਦੇ ਨਾਲ ਜਾਣ ਦੇਵਾਂਗੇ, ਤੁਹਾਡੇ ਉੱਪਰ ਹਮਲਾ ਨਹੀਂ ਕੀਤਾ ਜਾਏਗਾ। ਸਿੱਖਾਂ ਨੇ ਉਸ ਵੇਲੇ ਸਤਿਗੁਰੂ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਅੰਦਰ ਬੈਠਿਆਂ ਹੋਇਆਂ ਵੀ ਸਿੱਖ ਜਿਹੜੇ ਨੇ ਉਹ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ ਤੇ ਕਿਉਂ ਨਾ ਅਸੀਂ ਕਿਲ੍ਹੇ ਨੂੰ ਖਾਲੀ ਕਰ ਦਈਏ। ਇੱਕ ਤਾਂ ਸਾਡੇ ਕੋਲ ਮੌਕਾ ਬਣ ਜਾਏਗਾ, ਜੇਕਰ ਲੜਨਾ ਵੀ ਪਿਆ ਤਾਂ ਲੜ ਕੇ ਤਾਂ ਸ਼ਹੀਦ ਹੋ ਜਾਵਾਂਗੇ। ਸਤਿਗੁਰੂ ਮਹਾਰਾਜ ਨੇ ਉੱਥੇ ਕਿਹਾ ਸੀ, ਕਹਿੰਦੇ ਨੇ ਕਿ ਗਊ ਤਾਂ ਇੱਕ ਪਸ਼ੂ ਹੈ ਤੇ ਉਹਦਾ ਵਿਸਾਖ ਕੀ ਕੀਤਾ ਜਾਣਾ, ਤੇ ਦੂਸਰਾ ਇਹ ਜਨੇਊ ਰੱਖ ਕੇ ਲੈ ਕੇ ਆਏ ਨੇ, ਕੱਲ੍ਹ ਤੱਕ ਇਹਨਾਂ ਦੇ ਜਨੇਊ ਦੀ ਰਾਖੀ ਸਾਡੇ ਪਿਤਾ ਜੀ ਆਪਣੀ ਸ਼ਹਾਦਤ ਦੇ ਕੇ ਕਰਦੇ ਨੇ ਤੇ ਅੱਜ ਇਹ ਉਸੇ ਜਨੇਊ ਦੀਆਂ ਕਸਮਾਂ ਖਾ ਰਹੇ ਨੇ। ਤੇ ਸਤਿਗੁਰੂ ਮਹਾਰਾਜ ਜੀ ਦੇ ਜਦੋਂ ਅਸੀਂ 52 ਹੁਕਮ ਪੜ੍ਹਦੇ ਹਾਂ, ਉਹਨਾਂ ਹੁਕਮਾਂ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਜਿਹੜਾ ਸਹੁੰ ਖਾਂਦਾ ਹੈ ਉਹਦਾ ਯਕੀਨ ਨਾ ਕਰੋ।
ਇਸ ਤੋਂ ਬਾਅਦ ਵਿੱਚ ਜਿਹੜਾ ਸੀ ਕਾਜੀ ਵਲੀ ਹਸਨ ਉਹਦੇ ਰਾਹੀਂ ਜਿਹੜੀ ਸੀ ਕੁਰਾਨ ਔਰੰਗਜ਼ੇਬ ਵੱਲੋਂ ਕਸਮ ਲਿਖ ਕੇ ਭੇਜੀ ਗਈ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਕਿਲ੍ਹਾ ਖਾਲੀ ਕਰ ਦਿੰਦੇ ਹੋ, ਤੁਸੀਂ ਦੀਨੇ ਕਾਂਗੜ ਆ ਜਾਓ, ਮੈਂ ਤੁਹਾਨੂੰ ਆਪ ਆ ਕੇ ਉੱਥੇ ਮਿਲਾਂਗਾ, ਤੁਹਾਡੇ ਤੇ ਹਮਲਾ ਨਹੀਂ ਕੀਤਾ ਜਾਏਗਾ। ਇਸ ਤੋਂ ਪਹਿਲਾਂ ਇੱਕ ਹੋਰ ਘਟਨਾ ਜਿਹੜੀ ਵਾਪਰੀ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਦਿਖਾਉਣ ਵਾਸਤੇ ਕਿ ਕਸਮਾਂ ਕੌਲ ਇਹਨਾਂ ਦੇ ਕਿੰਨੇ ਕੁ ਝੂਠੇ ਨੇ, ਮਹਾਰਾਜ ਪਾਤਸ਼ਾਹ ਨੇ ਗੱਡਿਆਂ ਦੇ ਉੱਪਰ ਕੁਝ ਜਿਹੜਾ ਵੇਸਟ ਸਮਾਨ ਸੀ ਕਿਲੇ ਦਾ ਉਹਨੂੰ ਲੱਦ ਕੇ ਤੇ ਉੱਪਰ ਰੇਸ਼ਮੀ ਚਾਦਰੇ ਪਾਏ ਜਾਂਦੇ ਨੇ। ਸਤਿਗੁਰ ਮਹਾਰਾਜ ਪਾਤਸ਼ਾਹ ਨੇ ਇੱਕ ਸਿੱਖ ਦੀ ਡਿਊਟੀ ਲਾਈ, ਉਹਨਾਂ ਗੱਡਿਆਂ ਨੂੰ ਲੈ ਕੇ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਉਹ ਗੱਡੇ ਚਲਾਉਣ ਵਾਲਾ ਸਿੱਖ ਕੋਈ ਹੋਰ ਨਹੀਂ ਸੀ, ਉਹ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਿਤਾ ਜੀ ਸਨ। ਜਦੋਂ ਮਸ਼ਾਲਾਂ ਉਹਨਾਂ ਦੇ ਉੱਪਰ ਜਗਦੀਆਂ ਹੋਈਆਂ ਬੰਨੀਆਂ ਗਈਆਂ, ਗੱਡੇ ਕਿਲੇ ਤੋਂ ਬਾਹਰ ਜਾਂਦੇ ਨੇ ਤੇ ਇਹ ਦੇਖ ਕੇ ਜਿਹੜੀ ਸ਼ਾਹੀ ਫੌਜ ਬਾਹਰ ਘੇਰਾ ਪਾ ਕੇ ਕਈ ਮਹੀਨਿਆਂ ਤੋਂ ਬੈਠੀ ਹੈ, ਉਹਨਾਂ ਦੇ ਮਨ ਦੇ ਵਿੱਚ ਲਾਲਚ ਹੋਇਆ ਕਿ ਸ਼ਾਇਦ ਇਹਦੇ ਵਿੱਚ ਬਹੁਤ ਕੀਮਤੀ ਸਮਾਨ ਸਤਿਗੁਰ ਮਹਾਰਾਜ ਜੀ ਕੱਢਦੇ ਪਏ ਨੇ। ਉਹਨਾਂ ਨੇ ਹਮਲਾ ਕੀਤਾ, ਜਦੋਂ ਦੇਖਿਆ ਕਿ ਉਹਦੇ ਵਿੱਚ ਬਿਲਕੁਲ ਟੁੱਟੀਆਂ ਜੁੱਤੀਆਂ, ਟੁੱਟੇ ਭਾਂਡੇ ਇਤਿਆਦਿਕ ਸਨ, ਬੜੇ ਸ਼ਰਮਸਾਰ ਹੋਏ। ਉਸ ਤੋਂ ਬਾਅਦ ਵਿੱਚ ਬਲੀ ਹਸਨ ਰਾਹੀਂ ਕਸਮ ਕੌਲੇ ਕੁਰਾਨ ਜਿਹੜੀ ਸੀ ਉਹ ਲਿਆਂਦੀ ਗਈ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਹੁਣ ਕਿਲ੍ਹਾ ਛੱਡਣ ਦੀ ਤਿਆਰੀ ਕੀਤੀ ਹੈ ਔਰ ਬਿਲਕੁਲ ਹਫੜਾ ਦਫੜੀ ਵਿੱਚ ਨਹੀਂ, ਬਿਲਕੁਲ ਵਿਉਂਤਬੰਦੀ ਵਿੱਚ ਸਤਿਗੁਰ ਮਹਾਰਾਜ ਕਿਲ੍ਹਾ ਛੱਡਦੇ ਨੇ। ਸਤਿਗੁਰ ਮਹਾਰਾਜ ਪਾਤਸ਼ਾਹ ਜੀ 6-7 ਪੋਹ ਦੀ ਰਾਤ ਦਾ ਸਮਾਂ, ਸਤਿਗੁਰ ਮਹਾਰਾਜ ਜੀ ਨੇ ਬਿਲਕੁਲ ਵਿਉਂਤ ਦੇ ਨਾਲ ਜਿਹੜਾ ਪਹਿਲਾਂ ਜਿਹੜਾ ਸੀ ਇਸ ਅਸਥਾਨ ਜਿੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ, ਮਹੰਤ ਗੁਰਬਖਸ਼ ਸਿੰਘ ਜਿਹੜਾ ਸੀ, ਗੁਰਬਖਸ਼ ਰਾਏ ਵੀ ਕਈਆਂ ਨੇ ਲਿਖਿਆ ਇਤਿਹਾਸ ਦੇ ਵਿੱਚ, ਉਹਨੂੰ ਜਿਹੜੀ ਸੀ ਇੱਥੋਂ ਦੀ ਸੇਵਾ ਸੰਭਾਲ ਦਿੱਤੀ ਕਿ ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰੇਗਾ, ਤੁਸੀਂ ਇੱਥੋਂ ਦੀ ਸੇਵਾ ਸੰਭਾਲ ਕਰਨੀ ਹੈ। ਦੂਸਰਾ, ਸਤਿਗੁਰ ਮਹਾਰਾਜ ਪਾਤਸ਼ਾਹ ਨੇ ਜਿਹੜੇ ਕੀਮਤੀ ਦੁਸ਼ਾਲੇ ਸਨ, ਸਤਿਗੁਰ ਮਹਾਰਾਜ ਨੇ ਆਪਣੇ ਹੱਥੀਂ ਜਿਹੜਾ ਸੀ ਉਹਨਾਂ ਨੂੰ ਅਗਨ ਭੇਟ ਕੀਤਾ। ਧਨ ਜਿਹੜਾ ਸੀ ਉਹ ਨਾਲ ਹੀ ਬਿਲਕੁਲ ਪੁਰਾਤਨ ਇਤਿਹਾਸ ਕਹਿੰਦਾ ਹੈ, ਰਵਾਇਤਾਂ ਇਸ ਗੱਲ ਨੂੰ ਆਖਦੀਆਂ ਨੇ ਕਿ ਜਿਹੜਾ ਸਤਲੁਜ ਦਰਿਆ ਹੈ ਉਹ ਬਿਲਕੁਲ ਇਹ ਕਿਲੇ ਦੇ ਨਾਲ ਸੱਜੇ ਪਾਸੇ ਇਸ ਪਾਸੇ ਵਗਦਾ ਸੀ। ਸਤਿਗੁਰ ਮਹਾਰਾਜ ਨੇ ਉਹ ਜਿਹੜਾ ਧਨ ਸੀ ਉਹ ਸਰਸਾ ਉਹ ਸਤਲੁਜ ਦੀ ਭੇਟ ਵਿੱਚ ਕਰ ਦਿੱਤਾ। ਸਤਿਗੁਰ ਮਹਾਰਾਜ ਨੇ ਬਿਲਕੁਲ ਵਿਉਂਤਬੰਦੀ ਦੇ ਨਾਲ, ਸਤਿਗੁਰ ਮਹਾਰਾਜ ਜੀ ਸਭ ਤੋਂ ਪਹਿਲਾਂ ਆਪ ਅੱਗੇ ਨੇ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਕੁਝ ਸਿੰਘ ਨੇ, ਵਿਚਕਾਰ ਪਰਿਵਾਰ ਜਿਹੜੇ ਸੀ ਇੱਥੋਂ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦੇ ਹੋਏ ਸੀ ਜਿਹੜੇ ਸਿੱਖ ਸੀ ਕੁਝ, ਜਾਂ ਸਤਿਗੁਰ ਮਹਾਰਾਜ ਜੀ ਦੇ ਮਹਿਲ ਸੀ, ਮਾਤਾ ਜੀ ਸੀ, ਮਾਤਾ ਗੁਜਰ ਕੌਰ ਜੀ ਸੀ, ਛੋਟੇ ਸਾਹਿਬਜ਼ਾਦੇ ਸੀ, ਉਹਨਾਂ ਨੂੰ ਬਿਲਕੁਲ ਕਾਫਲੇ ਦੇ ਵਿਚਕਾਰ ਰੱਖਿਆ ਜਾਂਦਾ ਹੈ। ਪਿਛਲੇ ਪਾਸੇ ਬਾਬਾ ਬੁੱਢਾ ਸਿੰਘ ਜੀ, ਭਾਈ ਜੈਤਾ ਸਿੰਘ ਜੀ ਤੇ ਬਾਬਾ ਅਜੀਤ ਸਿੰਘ ਇਤਿਆਦਿਕ ਜਿਹੜੇ ਸਨ, ਬਾਬਾ ਆਲਮ ਸਿੰਘ ਜੀ ਨਚਨਾ, ਬੀਬੀ ਭਿੱਖਾਂ ਕੌਰ, ਉਹਨਾਂ ਦਾ ਜੱਥਾ ਬਿਲਕੁਲ ਪਿਛਲੇ ਪਾਸੇ ਹੈ। ਤੇ ਔਰ ਇਸ ਕਿਲੇ ਨੂੰ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਫਿਰ ਰਾਤ 6 ਤੇ 7 ਪੋਹ ਦੀ ਰਾਤ ਨੂੰ ਸਤਿਗੁਰ ਮਹਾਰਾਜ ਜੀ ਛੱਡਦੇ ਨੇ। ਤੇ ਆਓ ਇਸ ਤੋਂ ਅਗਲੇਰਾ ਇਤਿਹਾਸ ਕਿ ਸਤਿਗੁਰ ਮਹਾਰਾਜ ਨੇ ਅਗਲਾ ਪੜਾਅ ਕਿਵੇਂ ਕੀਤਾ ਤੇ ਉਸ ਪਾਸੇ ਨੂੰ ਅਸੀਂ ਚੱਲਦੇ ਹਾਂ। ਆਪ ਜੀ ਨੇ ਦਰਸ਼ਨ ਕੀਤੇ ਹਨ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਦੇ, ਤੇ ਜੁੜਦੇ ਹਾਂ ਅਗਲੇ ਇਤਿਹਾਸ ਦੇ ਨਾਲ।